ग्रेस से जी प्रार्थना भवन ਵੱਲੋਂ ਸਭ ਦਾ ਸਵਾਗਤ ਕੀਤਾ ਜਾਂਦਾ। ਸਭ ਨੂੰ ਜੈ ਮਸੀਹ ਦੀ। ਆਈਏ ਅਸੀਂ ਪਰਮੇਸ਼ਰ ਦੇ ਪਵਿੱਤਰ ਵਚਨ ਨੂੰ ਸਿੱਖਣ ਵਾਸਤੇ ਜਾਵਾਂਗੇ। ਯਸ਼ਾਇਆ ਦੀ ਕਿਤਾਬ ਉਸ ਦਾ 6 ਅਧਿਆਇ ਉਸ ਦਾ ਪਹਿਲਾ ਵਚਨ ਪੜ੍ਹੀਏ ਥੋੜ੍ਹਾ। ਯਸ਼ਾਇਆ ਦੀ ਕਿਤਾਬ ਉਸ ਦਾ 6 ਅਧਿਆਇ ਉਸ ਦਾ ਪਹਿਲਾ ਵਚਨ। ਉਜੀਆ ਪਾਤਸ਼ਾਹ ਦੀ ਮੌਤ ਦੇ ਬਾਰੇ ਮੈਂ ਪ੍ਰਭੂ ਨੂੰ ਉੱਚੇ ਤੇ ਚੁੱਕੇ ਹੋਏ ਸਿੰਘਾਸਨ ਉੱਤੇ ਬਿਰਾਜਮਾਨ ਵੇਖਿਆ। ਹਾਲੇਲੂਇਆ। ਹਾਲੇਲੂਇਆ। ਇੱਥੇ ਅਸੀਂ ਪਰਮੇਸ਼ਰ ਦੇ ਬਚਨ ਦੇ ਵਿੱਚ ਪੜ੍ਹਦੇ ਹਾਂ, ਉਜੀਆ ਰਾਜਾ ਦੇ ਮੌਤ ਦੇ ਬਾਰੇ, ਮੌਤ ਤੋਂ ਬਾਅਦ ਜਦੋਂ ਉਹ ਮਰ ਗਿਆ, ਕਿ ਕਹਿੰਦਾ ਮੈਂ ਪਰਮੇਸ਼ਵਰ ਨੂੰ ਉੱਚੇ ਤੇ ਚੁੱਕੇ ਹੋਏ ਸਿੰਘਾਸਨ ਦੇ ਉੱਤੇ ਬਿਰਾਜਮਾਨ ਵੇਖਿਆ। ਇਹਦਾ ਮਤਲਬ ਹੈ ਕਿ ਜਦ ਤੱਕ ਉਹ ਰਾਜਾ ਜਿਉਂਦਾ ਸੀਗਾ ਉਦੋਂ ਤੱਕ ਪਰਮੇਸ਼ਵਰ ਦੇ ਬੰਦੇ ਨੂੰ ਇਹ ਇੱਥੇ ਦੱਸਦਾ ਪਿਆ ਕਿ ਪਰਮੇਸ਼ਵਰ ਦੇ ਸਿੰਘਾਸਨ ਨੂੰ ਦੇਖਣ ਵਾਸਤੇ ਜਾਂ ਪਰਮੇਸ਼ਵਰ ਦੇ ਦਰਸ਼ਨ ਨੂੰ ਦੇਖਣ ਵਾਸਤੇ ਜਾਂ ਪਰਮੇਸ਼ਵਰ ਦੀ ਆਸ਼ੀਸ਼ ਨੂੰ ਲੈਣ ਵਾਸਤੇ ਬਹੁਤ ਔਖੀ ਗੱਲ ਸੀ। ਹਾਲੇਲੂਇਆ। ਤੇ ਇਸੇ ਤਰ੍ਹਾਂ ਹੀ ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਸਿੱਖਾਂਗੇ ਥੋੜ੍ਹੇ ਸਮੇਂ ਲਈ ਕਿ ਜਦ ਤੱਕ ਉਜੀਆ ਸਾਡੇ ਜੀਵਨ ਦੇ ਅੰਦਰ ਜਿਉਂਦਾ ਆ ਤਦ ਤੱਕ ਅਸੀਂ ਨਹੀਂ ਵੱਧ ਸਕਦੇ, ਤਦ ਤੱਕ ਅਸੀਂ ਪਰਮੇਸ਼ਵਰ ਨੂੰ ਉੱਚੇ ਸਿੰਘਾਸਨ ਦੇ ਉੱਤੇ ਨਹੀਂ ਦੇਖ ਸਕਦੇ, ਤਦ ਤੱਕ ਪਰਮੇਸ਼ਵਰ ਦੀਆਂ ਬਰਕਤਾਂ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਨਹੀਂ ਵੇਖ ਸਕਦੇ। ਕਿਉਂਕਿ ਅਸੀਂ ਉਸ ਦੇ ਬਾਰੇ ਪੜ੍ਹਾਂਗੇ, ਕਈ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੈਗੀਆਂ, ਪਰ ਉਸੇ ਦੇ ਬਾਰੇ ਪੜ੍ਹਾਂਗੇ ਕਿ ਜਿਹੜਾ ਉਜੀਆ ਰਾਜਾ ਸੀਗਾ ਉਹਦੇ ਜੀਵਨ ਦਾ ਕੀ ਸੁਭਾਅ ਸੀਗਾ। ਅਗਰ ਬਾਈਬਲ ਦੇ ਵਿੱਚ ਪੜ੍ਹੀਏ ਤਾਂ ਬਾਈਬਲ ਦੇ ਵਿੱਚ ਲਿਖਿਆ ਆ ਦੂਸਰਾ ਇਤਿਹਾਸ ਉਹਦਾ 26 ਅਧਿਆਇ ਦੇ ਵਿੱਚ ਆਪਾਂ ਉਹਦੇ ਬਾਰੇ ਕੁਝ ਗੱਲਾਂ ਸਿੱਖਾਂਗੇ। ਦੂਸਰਾ ਇਤਿਹਾਸ ਉਜੀਆ ਰਾਜਾ ਦੇ ਬਾਰੇ, ਦੂਸਰਾ ਇਤਿਹਾਸ ਉਹਦਾ 26 ਅਧਿਆਇ ਉਹਦੇ ਤੀਸਰੇ ਵਚਨ ਤੋਂ ਪੜ੍ਹਾਂਗੇ ਆਪਾਂ ਕਿ ਜਿੱਦਾਂ ਯਸ਼ਾਇਆ ਕਹਿੰਦਾ ਕਿ ਜਿਸ ਸਮੇਂ ਉਜੀਆ ਰਾਜਾ ਦੇ ਮੌਤ ਦੇ ਬਾਰੇ ਮੈਂ ਪਰਮੇਸ਼ਵਰ ਨੂੰ ਉੱਚੇ ਤੇ ਚੁੱਕੇ ਹੋਏ ਸਿੰਘਾਸਨ ਦੇ ਉੱਤੇ ਬਿਰਾਜਮਾਨ 16 ਵਰ੍ਹਿਆਂ ਦਾ ਸੀ ਹਾਂਜੀ ਜਦੋਂ ਰਾਜ ਕਰਨ ਲੱਗਾ। ਹਾਂ, ਇੱਥੇ ਪਰਮੇਸ਼ਵਰ ਦਾ ਵਚਨ ਦੱਸਦਾ ਉਜੀਆ ਜਿਹੜਾ ਸੀਗਾ ਜੀ ਇਹ 16 ਵਰ੍ਹਿਆਂ ਦਾ ਸੀਗਾ ਜਦੋਂ ਕੀ ਕਰਨ ਲੱਗਾ, ਰਾਜਾ ਬਣ ਗਿਆ, ਜਦੋਂ ਰਾਜ ਕਰਨ ਲੱਗਾ। ਹਾਂਜੀ। ਔਰ ਉਹਨੇ ਯਰੂਸ਼ਲਮ ਵਿੱਚ 52 ਵਰ੍ਹੇ ਰਾਜ ਕੀਤਾ। ਉਹਨੇ ਕਿੰਨੇ ਸਾਲ ਰਾਜ ਕੀਤਾ ਜੀ? 52 ਸਾਲ। ਹਾਲੇਲੂਇਆ। ਇੰਨਾ ਕੋਈ ਨਹੀਂ ਰਾਜਾ ਆਪਾਂ ਦੇਖਦੇ ਹਾਂ, ਇੰਨਾ ਰਾਜਾ ਕੋਈ ਨਹੀਂ ਰਾਜ ਕਰਦਾ। 52 ਸਾਲ, 50 ਤੇ 2 52 ਸਾਲ, ਤੇ ਇਹਨੇ 52 ਸਾਲ 16 ਸਾਲਾਂ ਦਾ ਸੀ ਤੇ 52 ਸਾਲ ਰਾਜ ਕੀਤਾ। ਹਾਂਜੀ। ਉਹਦੀ ਮਾਤਾ ਦਾ ਨਾਮ ਅਕਾਲੀਆ ਸੀ, ਹਾਂ, ਜੋ ਯਰੂਸ਼ਲਮ ਦੀ ਧੀ ਸੀ। ਹਾਂ। ਉਸਨੇ ਉਹ ਕੀਤਾ ਜੋ ਯਹੋਵਾ ਦੀ ਨਿਗਾਹ ਵਿੱਚ ਠੀਕ ਸੀ, ਹਾਂ, ਜਿਵੇਂ ਹੀ ਉਸ ਦੇ ਪਿਤਾ ਅਮਸਿਆ ਨੇ ਕੀਤਾ ਸੀ। ਹਾਂ। ਉਹ ਜ਼ਕਰੀਆ ਦੇ ਦਿਨਾਂ ਵਿੱਚ ਜੋ ਪਰਮੇਸ਼ਰ ਦੀਆਂ ਦ੍ਰਿਸ਼ਟਾਂ ਵਿੱਚ ਗਿਆਤਾਵੰਤ ਸੀ, ਪਰਮੇਸ਼ਰ ਦਾ ਤਾਲਿਬ ਸੀ, ਅਤੇ ਜਦੋਂ ਤੀਕਰ ਉਹ ਯਹੋਵਾ ਦਾ ਤਾਲਿਬ ਰਿਹਾ ਪਰਮੇਸ਼ਰ ਨੇ ਉਹਨੂੰ ਸਫਲ ਕੀਤਾ। ਹਾਂ, ਇੱਥੇ ਕੀ ਆ ਲਿਖਿਆ, ਇੱਥੇ ਉਜੀਆ ਦਾ ਲਿਖਿਆ, ਉਜੀਆ ਦੇ ਬਾਰੇ ਲਿਖਿਆ ਕਿ ਉਜੀਆ 16 ਸਾਲ ਦਾ ਸੀ ਜਦੋਂ ਰਾਜ ਕਰਨ ਲੱਗਾ ਔਰ 52 ਸਾਲ ਉਹਨੇ ਰਾਜ ਕੀਤਾ। ਫਿਰ ਉਹਦੀ ਮਾਤਾ ਦੇ ਬਾਰੇ ਲਿਖਿਆ ਕਿ ਉਹਦੀ ਮਾਤਾ ਦਾ ਨਾਮ ਯਲਕਾਜਾ ਸੀ ਜੋ ਯਰੂਸ਼ਲਮ ਦੀ ਰਹਿਣ ਵਾਲੀ ਸੀਗੀ, ਔਰ ਲਿਖਿਆ ਉਸਨੇ ਕੀ ਕੀਤਾ, ਯਹੋਵਾ ਦੀ ਨਿਗਾਹ ਵਿੱਚ ਜੋ ਕੁਛ ਸੀਗਾ ਉਹ ਠੀਕ ਕੀਤਾ। ਤਾਂ ਦੇਖੋ ਪਰਮੇਸ਼ਰ ਦੀ ਨਜ਼ਰ 'ਚ ਉਹ ਸਹੀ ਸੀ। ਉਹਦੀ ਮਾਂ ਅਤੇ ਉਹਦਾ ਬੱਚਾ ਜਿਹੜਾ ਕੀ ਬਣ ਗਿਆ ਸੀਗਾ, 16 ਸਾਲਾਂ ਦੀ ਉਮਰ ਦੇ ਵਿੱਚ ਹੀ ਰਾਜਾ ਬਣ ਗਿਆ। ਪ੍ਰਭੂ ਨੇ ਉਹ ਆਸ਼ੀਸ਼ ਦਿੱਤੀ। ਪਰਮੇਸ਼ਵਰ ਕਿਸੇ ਦਾ ਵੀ ਕਰਜ਼ਦਾਰ ਨਹੀਂ ਆ। ਅਗਰ ਕੋਈ 1 ਰੁਪਇਆ ਵੀ ਪ੍ਰਭੂ ਲਈ ਖਰਚਦਾ ਨਾ ਤੇ ਪ੍ਰਭੂ ਉਹਦਾ ਵੀ ਉਹਨੂੰ ਅਜਰ ਦਿੰਦਾ ਹੈ ਆਪਣੇ ਵਚਨ ਦੇ ਅਨੁਸਾਰ। ਇੱਥੇ ਲਿਖਿਆ ਉਹਦੀ ਮਾਂ ਜਿਹੜੀ ਸੀਗੀ ਵਧੀਆ ਪ੍ਰਭੂ ਦੇ ਨਾਲ ਚੱਲਦੀ ਸੀ, ਹੁਕਮਾਂ ਨੂੰ ਮੰਨਦੀ ਸੀਗੀ, ਅਤੇ ਪਰਮੇਸ਼ਵਰ ਨੇ ਔਰ ਲਿਖਿਆ ਉਹ ਜਿਸ ਤਰ੍ਹਾਂ ਉਹਦਾ ਪਿਓ, ਉਹਦੇ ਪਿਓ ਦਾ ਵੀ ਨਾਂ ਲਿਖਿਆ, ਉਹਦੀ ਜਿਹੜੀ ਮਾਂ ਸੀ ਉਹਦੇ ਪਿਓ ਦਾ ਵੀ ਲਿਖਿਆ ਆ। ਉਹਦੇ ਪਿਤਾ ਦਾ ਨਾਂ ਕੀ ਸੀਗਾ ਜੀ? ਅਮਸਿਆ ਲਿਖਿਆ। ਉਸ ਨੇ ਉਹ ਕੀਤਾ ਜੋ ਯਹੋਵਾ ਦੀ ਨਿਗਾਹ ਵਿੱਚ ਠੀਕ ਸੀ, ਜਿਵੇਂ ਹੀ ਉਸ ਦੇ ਪਿਤਾ ਅਮਸਿਆ ਨੇ ਕੀਤਾ ਸੀ। ਉਹ ਜ਼ਕਰੀਆ ਦੇ ਦਿਨਾਂ ਵਿੱਚ ਜੋ ਪਰਮੇਸ਼ਵਰ ਦੀਆਂ ਦ੍ਰਿਸ਼ਟਾਂ ਵਿੱਚ ਗਿਆਤਾਵੰਤ ਸੀ, ਪਰਮੇਸ਼ਵਰ ਦਾ ਤਾਲਬ ਸੀ, ਅਤੇ ਜਦੋਂ ਤੀਕ ਉਹ ਯਹੋਵਾ ਦਾ ਤਾਲਬ ਰਿਹਾ ਪਰਮੇਸ਼ਵਰ ਨੇ ਉਹਨੂੰ ਸਫਲ ਕੀਤਾ। ਅਤੇ ਇਹਦਾ ਮਤਲਬ ਉਹ ਵਚਨ 'ਚ ਲਿਖਿਆ ਉਹ ਲੋਕਾਂ ਨੂੰ ਪਰਮੇਸ਼ਵਰ ਦਾ ਡਰ ਸਿਖਾਉਣ ਵਾਲਾ ਸੀ।
ਵੀ ਸਾਨੂੰ ਪਰਮੇਸ਼ਰ ਤੋਂ ਡਰ ਕੇ ਚੱਲਣਾ ਚਾਹੀਦਾ, ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਦਾ ਡਰ ਹੋਣਾ ਚਾਹੀਦਾ। ਅਤੇ ਇਸ ਕਰਕੇ ਪਰਮੇਸ਼ਰ ਨੇ ਉਸ ਪਰਿਵਾਰ ਨੂੰ ਆਸ਼ੀਸ਼ ਦਿੱਤੀ ਅਤੇ ਉਸ ਨੂੰ ਰਾਜ ਦਿੱਤਾ ਪਰਮੇਸ਼ਰ ਨੇ। ਪਰ ਵਚਨ ਦੱਸਦਾ ਇਹ ਰਾਜਾ ਜਿਹੜਾ ਸੀਗਾ, ਜਦੋਂ ਰਾਜ ਇਹਦੇ ਜੀਵਨ ਦੇ ਵਿੱਚ ਆਇਆ, ਇਹ 52 ਸਾਲ ਇਹਨੇ ਰਾਜ ਕਰ ਲਿਆ ਅਤੇ ਬਹੁਤ ਸਾਰੀਆਂ ਇਹਨੇ ਲੜਾਈਆਂ ਲੜੀਆਂ। ਪਰਮੇਸ਼ਰ ਨੇ ਹਰੇਕ ਜਗ੍ਹਾ ਨੂੰ ਸਫਲਤਾ ਦਿੱਤੀ, ਜਿੱਤ ਦਿੱਤੀ, ਔਰ ਇਹ ਵੱਧਦਾ ਚਲਾ ਗਿਆ। ਵਚਨ 'ਚ ਲਿਖਿਆ ਇਹ ਵੱਧਦਾ ਚਲਾ ਗਿਆ, ਵੱਧਦਾ ਚਲਾ ਗਿਆ। ਪਰ ਕੀ ਹੋਇਆ, ਜਦੋਂ ਵੱਧਦਾ ਚਲਾ ਗਿਆ ਅਤੇ ਇਹ ਕੀ ਆ, ਪਰਮੇਸ਼ਵਰ ਦੇ ਇਹਦੇ ਜੀਵਨ ਦੇ ਵਿੱਚ ਹੌਲੀ ਹੌਲੀ ਘਮੰਡ ਆਉਣਾ ਸ਼ੁਰੂ ਹੋ ਗਿਆ। ਅਤੇ ਇਸ ਕਰਕੇ ਇਸ ਰਾਜੇ ਦਾ ਨਾਂ ਰੱਖਿਆ ਗਿਆ, ਜਦੋਂ ਆਪਾਂ ਉਹਦਾ ਹੈਡਿੰਗ ਪੜ੍ਹਦੇ ਹਾਂ, ਉਹਦਾ ਉਜੀਆਂ ਦੀਆਂ ਜਿੱਤਾਂ ਅਤੇ ਉਹਦਾ ਕੋੜੀ ਹੋਣਾ, ਉਹਦਾ ਜਦੋਂ ਪੜ੍ਹਦੇ ਹਾਂ। ਔਰ ਇਹਦਾ ਆਪਾਂ 16ਵੇਂ ਵਚਨ ਤੋਂ ਪੜ੍ਹਨਾ ਸ਼ੁਰੂ ਕਰਾਂਗੇ। ਪਰ ਜਦ ਉਹ ਤਕੜਾ ਹੋ ਗਿਆ ਤਾਂ ਉਹਦਾ ਦਿਲ ਇੰਨਾ ਹੰਕਾਰਿਆ ਗਿਆ ਕਿ ਉਹ ਵਿਗੜ ਗਿਆ ਅਤੇ ਯਹੋਵਾ ਆਪਣੇ ਪਰਮੇਸ਼ਰ ਤੋਂ ਬੇਮੁਖ ਹੋ ਗਿਆ। ਹਾਂਜੀ, ਇੱਥੇ ਕੀ ਆ ਲਿਖਿਆ ਕਿ ਜਦੋਂ ਉਹ ਤਕੜਾ ਹੋ ਗਿਆ, ਪਰਮੇਸ਼ਰ ਨੇ ਉਹਨੂੰ ਰਾਜ ਦਿੱਤਾ, ਪਰਮੇਸ਼ਰ ਨੇ ਉਹਨੂੰ ਜੀਵਨ ਦਿੱਤਾ, ਪਰਮੇਸ਼ਰ ਨੇ ਉਹਨੂੰ ਆਸ਼ੀਸ਼ ਦਿੱਤੀ, ਔਰ 16 ਸਾਲ ਤੋਂ ਕੀ ਹੋ ਗਿਆ, ਉਹ ਰਾਜਾ ਬਣ ਗਿਆ। ਅਤੇ ਪਰਮੇਸ਼ਰ ਨੇ ਉਹਨੂੰ ਆਸ਼ੀਸ਼ ਦਿੱਤੀ, ਉਹ ਬਹੁਤ ਤਕੜਾ ਹੋ ਗਿਆ। ਅਤੇ ਜਦੋਂ ਤਕੜਾ ਹੋ ਗਿਆ ਅਤੇ ਕੀ ਹੋਇਆ ਜੀ, ਉਹਦਾ ਦਿਲ ਜਿਹੜਾ ਸੀ, ਹੰਕਾਰ ਆ ਗਿਆ ਉਹਦੇ ਦਿਲ ਦੇ ਵਿੱਚ। ਅੱਜ ਆਪਾਂ ਦੇਖਦੇ ਹਾਂ, ਅੱਜ ਇਨਸਾਨ ਦੇ ਚਾਹੇ ਕੋਲ ਕੁਛ ਵੀ ਨਾ ਹੋਵੇ, ਫਿਰ ਵੀ ਘਮੰਡ ਜੀਵਨ ਦੇ ਵਿੱਚ ਕੰਮ ਕਰਦਾ। ਫਿਰ ਵੀ ਜੀਵਨ ਦੇ ਵਿੱਚ ਪੱਲੇ ਕੁਛ ਵੀ ਨਾ ਹੋਵੇ ਤਾਂ ਵੀ ਕੀ ਆ, ਤਾਂ ਵੀ ਫੂ ਨਹੀਂ ਜਾਂਦੀ। ਪਰ ਇੱਥੇ ਆ ਲਿਖਿਆ ਇਹ ਰਾਜਾ ਸੀ, 52 ਸਾਲ ਰਾਜ ਕੀਤਾ ਉਜੀਆ ਨੇ। ਪਰ ਕੀ ਹੋਇਆ, ਜਦੋਂ ਪਰਮੇਸ਼ਰ ਨੇ ਇਹਨੂੰ ਜਿੱਤਾਂ ਦਿੱਤੀਆਂ, ਸਭ ਕੁਛ ਦਿੱਤਾ, ਇਹਨੂੰ ਵੱਡਾ ਆਦਮੀ ਬਣਾਤਾ ਅਤੇ ਤਕੜਾ ਹੋ ਗਿਆ, ਇਹ ਤਕੜਾ ਹੋ ਗਿਆ, ਸਾਰੇ ਦੇਸ਼ਾਂ ਦੇ ਵਿੱਚ ਇਹਦੀ ਬੱਲੇ ਬੱਲੇ ਹੋ ਗਈ ਆ। ਪਰ ਕੀ ਹੋਇਆ, ਜਦੋਂ ਤਕੜਾ ਹੋਇਆ ਅਤੇ ਇਹਦਾ ਦਿਲ ਕੀ ਹੋ ਗਿਆ ਜੀ, ਬਚਨ ਦੱਸਦਾ ਇਹਦਾ ਦਿਲ ਹੰਕਾਰ ਗਿਆ, ਘਮੰਡ ਆ ਗਿਆ ਜੀਵਨ ਦੇ ਵਿੱਚ। ਅਤੇ ਇਹਦਾ ਇਹੀ ਦੱਸਿਆ ਜਾਂਦਾ ਕਿ ਜਦ ਤੱਕ ਇਹ ਰਾਜਾ ਸੀਗਾ ਅਤੇ ਪਰਮੇਸ਼ਰ ਦੇ ਬੰਦੇ ਨੇ ਉਹ ਪਰਮੇਸ਼ਰ ਨੂੰ ਦੇਖ ਨਹੀਂ ਸਕਿਆ। ਹਾਲੇਲੂਇਆ। ਇਸੇ ਤਰ੍ਹਾਂ ਜਦ ਤੱਕ ਸਾਡੇ ਜੀਵਨ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਘਮੰਡ ਰਹੇਗਾ, ਕਿਸੇ ਤਰ੍ਹਾਂ ਦਾ ਉਜੀਆ ਸਾਡੇ ਜੀਵਨ 'ਚ ਰਹੇਗਾ, ਅਸੀਂ ਪਰਮੇਸ਼ਵਰ ਦੇ ਕੰਮਾਂ ਨੂੰ ਵੇਖ ਨਹੀਂ ਸਕਦੇ, ਪਰਮੇਸ਼ਵਰ ਨੂੰ ਵੇਖ ਨਹੀਂ ਸਕਦੇ। ਇਸ ਕਰਕੇ ਸਾਨੂੰ ਕੀ ਕਰਨਾ ਪਊਗਾ, ਇਸ ਉਜੀਆ ਨੂੰ ਆਪਣੇ ਜੀਵਨ ਦੇ ਵਿੱਚੋਂ ਖਤਮ ਕਰਨਾ ਪਊਗਾ। ਤਾਂ ਬਚਨ 'ਚ ਆਪਾਂ ਜਦੋਂ ਕਹੌਤਾਂ ਦੀ ਕਿਤਾਬ ਦੇ ਵਿੱਚ ਅਸੀਂ ਪੜ੍ਹਦੇ ਹਾਂ, ਉੱਥੇ ਲਿਖਿਆ ਕਹੌਤਾਂ 16 ਦੀ 18 ਦੇ ਵਿੱਚ ਲਿਖਿਆ ਆ ਕਿ ਨਾਸ਼ ਹੋਣ ਤੋਂ ਪਹਿਲਾਂ ਇਨਸਾਨ ਦੇ ਜੀਵਨ ਦੇ ਵਿੱਚ ਕੀ ਆਉਂਦਾ ਆ, ਘਮੰਡ ਆਉਂਦਾ, ਹੰਕਾਰ ਆਉਂਦਾ, ਅਤੇ ਉੱਚੇ ਹੋਣ ਤੋਂ ਪਹਿਲਾਂ ਅਧੀਨਗੀ ਆਉਂਦੀ ਆ। ਜਦੋਂ ਬੰਦਾ ਉਹ ਵਧਣਾ ਸ਼ੁਰੂ ਹੁੰਦਾ ਅਤੇ ਉਹਦੇ ਜੀਵਨ ਦੇ ਵਿੱਚ ਕੀ ਆਉਂਦੀ, ਫਿਰ ਅਧੀਨਗੀ ਆਉਂਦੀ ਆ, ਉਹ ਆਪਣੇ ਆਪ ਨੂੰ ਛੋਟਾ ਕਰਦਾ। ਅਤੇ ਇਸੇ ਤਰ੍ਹਾਂ ਇਹਦੇ ਜੀਵਨ ਦੇ ਵਿੱਚ ਜਦੋਂ ਇਹ ਪਰਮੇਸ਼ਰ ਦੀ ਨਜ਼ਰਾਂ ਵਿੱਚ ਸਹੀ ਚੱਲਿਆ ਅਤੇ ਪਰਮੇਸ਼ਰ ਨੇ ਇਸ ਨੂੰ ਕੀ ਕੀਤਾ ਜੀ, ਵਧਾ ਦਿੱਤਾ, ਆਸ਼ੀਸ਼ ਦਿੱਤੀ। ਪਰ ਇਹਨੇ ਲਾਸਟ ਵਿੱਚ ਆ ਕੇ ਕੀ ਹੋਇਆ, ਇਹਦਾ ਜਦੋਂ ਇਹ ਤਕੜਾ ਹੋ ਗਿਆ ਅਤੇ ਲਿਖਿਆ ਇਹਦਾ ਦਿਲ ਦੇ ਵਿੱਚ ਘਮੰਡ ਆ ਗਿਆ। ਅਤੇ ਫਿਰ ਘਮੰਡ ਆਉਣ ਤੋਂ ਬਾਅਦ ਜਦੋਂ ਇੱਕ ਇਨਸਾਨ ਦੇ ਜੀਵਨ ਦੇ ਵਿੱਚ ਘਮੰਡ ਆ ਜਾਂਦਾ ਅਤੇ ਘਮੰਡ ਤੋਂ ਬਾਅਦ ਕੀ ਹੋ ਜਾਂਦਾ, ਲਿਖਿਆ ਉਹ ਕੀ ਹੋ ਗਿਆ, ਵਿਗੜ ਗਿਆ। ਹਾਲੇਲੂਇਆ। ਫਿਰ ਵਿਗੜਨਾ ਸ਼ੁਰੂ ਹੋ ਜਾਂਦਾ। ਆਪਾਂ ਦੇਖੀਏ ਅੱਜ ਜਿਹੜੇ ਮਾਂ-ਬਾਪ ਆਪਣੇ ਬੱਚਿਆਂ ਨੂੰ ਨਹੀਂ ਸਹੀ ਰਸਤੇ 'ਤੇ ਲੈ ਕੇ ਤੁਰਦੇ, ਸਹੀ ਸਿਕਸ਼ਾ ਵਿੱਚ ਨਹੀਂ ਲੈ ਕੇ ਜਾਂਦੇ, ਪਹਿਲਾਂ ਤਾਂ ਬੱਚਿਆਂ ਦੇ ਜੀਵਨ 'ਚ ਕੀ ਆ ਜਾਂਦਾ, ਹੰਕਾਰ ਆਉਂਦਾ, ਘਮੰਡ ਆਉਂਦਾ। ਉਸ ਤੋਂ ਬਾਅਦ ਫਿਰ ਵਿਗੜਨਾ ਸ਼ੁਰੂ ਹੋ ਜਾਂਦੇ, ਫਿਰ ਵਿਗੜਦੇ ਚਲੇ ਜਾਂਦੇ। ਅਤੇ ਫਿਰ ਇਹੀ ਸੋਚਦੇ ਹਾਂ, ਅਸੀਂ ਤਾਂ ਬੜੀ ਵਧੀਆ ਇਹਨਾਂ ਨੂੰ ਹੈ ਨਾ ਕਰਦੇ ਸੀਗੇ, ਅਸੀਂ ਤਾਂ ਬੜਾ ਇਹਨਾਂ 'ਤੇ ਪੈਸਾ ਖਰਚਿਆ, ਅਸੀਂ ਤਾਂ ਬੜਾ ਇਹਨਾਂ ਨੂੰ ਖਵਾਇਆ ਪਿਲਾਇਆ, ਪਰ ਇਹ ਸਾਡੀ ਮੁੱਲ ਦੇਣ ਡਏ ਆ, ਇਸ ਕਰਕੇ ਕਿ ਅਸੀਂ ਜੋ ਉਹਨਾਂ ਨੂੰ ਖਿਲਾਉਣਾ ਸੀਗਾ ਉਹ ਤਾਂ ਖਿਲਾਇਆ ਹੀ ਨਹੀਂ। ਹਾਲੇਲੂਇਆ। ਜੋ ਉਹਨਾਂ ਨੂੰ ਦੇਣਾ ਚਾਹੀਦਾ ਸੀ ਅਸੀਂ ਦਿੱਤਾ ਨਹੀਂ। ਇਸ ਕਰਕੇ ਉਹਦਾ ਮਨ ਕੀ ਹੋ ਗਿਆ, ਮਨ ਵਿਗੜ ਗਿਆ। ਹਾਲੇਲੂਇਆ। ਅਤੇ ਅੱਜ ਕਈ ਜਿਹੜੇ ਮਸੀਹ ਲੋਕ ਆ, ਵਿਸ਼ਵਾਸੀ ਲੋਕ ਆ, ਉਹਨਾਂ ਦੇ ਵੀ ਮਨ ਇਸ ਤਰ੍ਹਾਂ ਕਈ ਵਾਰੀ ਵਿਗੜ ਜਾਂਦੇ ਆ, ਜੀਵਨ ਦੇ ਵਿੱਚ ਘਮੰਡ ਆ ਜਾਂਦਾ। ਕਿਹੜੀਆਂ ਗੱਲਾਂ ਦਾ, ਕਈ ਵਾਰੀ ਕੁਛ ਲੋਕਾਂ ਨੂੰ ਦਵਾ ਕਰਨੀ ਆ ਜਾਂਦੀ ਆ ਅਤੇ ਉਹਨਾਂ ਦੇ ਜੀਵਨ 'ਚ ਘਮੰਡ ਆ ਜਾਂਦਾ, ਅਤੇ ਕਈ ਲੋਕ ਦਾਨ ਦੇਣ ਲੱਗ ਪੈਂਦੇ ਆ ਅਤੇ ਉਹਨਾਂ ਦੇ ਜੀਵਨ ਦੇ ਵਿੱਚ ਘਮੰਡ ਆ ਜਾਂਦਾ, ਅਤੇ ਕਈ ਲੋਕ ਗੀਤ ਭਜਨ ਵਧੀਆ ਆਰਾਧਨਾ ਕਰਨ ਲੱਗ ਪੈਂਦੇ, ਉਹਨਾਂ ਦੇ ਜੀਵਨ ਦੇ ਵਿੱਚ ਘਮੰਡ ਆ ਜਾਂਦਾ, ਅਤੇ ਉਹ ਕਹਿੰਦੇ ਵੀ ਹੁਣ ਕੀ ਹੋ ਗਿਆ, ਹੁਣ ਸਾਨੂੰ ਕਿਸੇ ਦੀ ਜ਼ਰੂਰਤ ਨਹੀਂ।
ਹਾਲੇਲੂਇਆ। ਪਰ ਸੇਵਕ ਕਹਿੰਦੇ ਆ ਸਾਨੂੰ ਦਵਾਵਾਂ ਦੀ ਜ਼ਰੂਰਤ ਆ। ਸੰਤ ਪੌਲਸ ਕਹਿੰਦਾ ਹੇ ਭਰਾਵੋ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਤੁਸੀਂ ਮੇਰੇ ਵਾਸਤੇ ਦੁਆ ਕਰੋ ਕਿ ਪ੍ਰਭੂ ਮੇਰੇ ਵਾਸਤੇ ਸੇਵਕਾਈ ਲਈ ਹੋਰ ਦਰਵਾਜ਼ਿਆਂ ਨੂੰ ਖੋਲ੍ਹੇ। ਹਾਲੇਲੂਇਆ। ਪਰ ਜਿਹੜੇ ਅੱਜ ਘਮੰਡ ਵਿੱਚ ਆ ਜਾਂਦੇ ਆ, ਹੰਕਾਰ ਵਿੱਚ ਆ ਜਾਂਦੇ ਆ, ਵਿਗੜਨਾ ਸ਼ੁਰੂ ਹੋ ਜਾਂਦੇ ਆ, ਅਤੇ ਉਹ ਕਹਿੰਦੇ ਹੁਣ ਸਾਨੂੰ ਕਿਸੇ ਦੀ ਜ਼ਰੂਰਤ ਨਹੀਂ ਆ। ਪਰ ਵਚਨ 'ਚ ਲਿਖਿਆ ਇਹ ਇਸੇ ਤਰ੍ਹਾਂ ਹੀ ਬਣ ਗਿਆ। ਇਹਦੇ ਜੀਵਨ 'ਚ ਹੰਕਾਰ ਜਦੋਂ ਆਇਆ ਇਹ ਵਿਗੜਨਾ ਸ਼ੁਰੂ ਹੋ ਗਿਆ, ਅਤੇ ਵਿਗੜਨ ਤੋਂ ਬਾਅਦ ਇਹਨੇ ਕੀ ਉਹ ਕੰਮ ਕੀਤਾ ਜਿਹੜਾ ਇਹਨੂੰ ਕਰਨਾ ਚਾਹੀਦਾ ਨਹੀਂ ਸੀ। ਹਾਂਜੀ ਪੜ੍ਹੀਏ ਅੱਗੇ। ਆਪਣੇ ਪਰਮੇਸ਼ਰ ਹਾਂ, ਬੇਮੁਖ ਹੋ ਗਿਆ, ਵਿਗੜ ਗਿਆ ਅਤੇ ਵਿਗੜ ਗਿਆ ਤੇ ਯਹੋਵਾ ਆਪਣੇ ਪਰਮੇਸ਼ਰ ਤੋਂ ਬੇਮੁਖ ਹੋ ਗਿਆ। ਹਾਂ, ਇੱਥੇ ਕੀ ਆ? ਵਿਗੜ ਗਿਆ ਤੇ ਪਰਮੇਸ਼ਰ ਤੋਂ ਕੀ ਹੋ ਗਿਆ ਜੀ? ਬੇਮੁਖ। ਇਹਦਾ ਮਤਲਬ ਪਰਮੇਸ਼ਰ ਤੋਂ ਮੂੰਹ ਫੇਰ ਲਿਆ ਤੇ ਹੁਣ ਮੈਨੂੰ ਪਰਮੇਸ਼ਰ ਦੀ ਵੀ ਲੋੜ ਨਹੀਂ ਆ। ਇਸੇ ਤਰ੍ਹਾਂ ਅੱਜ ਦੇ ਮਸੀਹਤ ਦੇ ਵਿੱਚ, ਵਿਸ਼ਵਾਸੀ ਜੀਵਨ ਦੇ ਵਿੱਚ ਲੋਕ ਜਦੋਂ ਥੋੜ੍ਹਾ ਜਿਹਾ ਅੱਗੇ ਵੱਧ ਜਾਂਦੇ ਆ, ਉਹ ਕਹਿੰਦੇ ਹੁਣ ਸਾਨੂੰ ਪਾਸਟਰ ਦੀ ਜ਼ਰੂਰਤ ਨਹੀਂ ਆ, ਅਤੇ ਜਿਹਨੂੰ ਪਾਸਟਰ ਦੀ ਜ਼ਰੂਰਤ ਇਹਨੂੰ ਰੱਬ ਦੀ ਵੀ। ਤੇ ਰੱਬ ਨੇ ਕਿਹਾ ਜਿਹੜਾ ਮੈਨੂੰ ਮੇਰੇ ਇਕੱਲੇ ਨੂੰ ਕਬੂਲ ਕਰਦਾ ਉਹ ਮੈਨੂੰ ਕਬੂਲ ਕਰਦਾ। ਹਾਲੇਲੂਇਆ। ਪਰਮੇਸ਼ਰ ਯਿਸੂ ਮਸੀਹ ਨੇ ਕਿਹਾ ਜਿਹੜਾ ਮੇਰੇ ਇਕੱਲੇ ਹੋਏ ਨੂੰ ਕਬੂਲ ਕਰਦਾ ਹੈ ਉਹ ਮੈਨੂੰ ਕਬੂਲ ਕਰਦਾ, ਅਤੇ ਜਿਹਨੂੰ ਰੱਬ ਦੇ ਬੰਦੇ ਦੀ ਜ਼ਰੂਰਤ ਨਹੀਂ ਉਹਨੂੰ ਰੱਬ ਦੀ ਵੀ ਜ਼ਰੂਰਤ ਨਹੀਂ ਆ। ਤਾਂ ਲਿਖਿਆ ਇਹ ਵਿਗੜ ਗਿਆ ਅਤੇ ਰੱਬ ਤੋਂ ਵੀ ਬੇਨਮੁਖ, ਪਰਮੇਸ਼ਰ ਤੋਂ ਵੀ ਬੇਮੁਖ ਹੋ ਗਿਆ। ਅਤੇ ਫਿਰ ਕੀ ਕੀਤਾ? ਹਾਂਜੀ। ਅਤੇ ਯਹੋਵਾ ਦੀ ਹੈਕਲ ਵਿੱਚ ਜਾ ਕੇ ਧੂਪ ਦੀ ਜਗਵੇਦੀ ਉੱਤੇ ਧੂਪ ਦਿਖਾਉਣ ਲੱਗਾ। ਹਾਂ, ਦੇਖੋ ਕੀ ਕੰਮ ਕਰਨ ਲੱਗਾ। ਰਾਜਾ ਸੀ, ਪਰਮੇਸ਼ਰ ਨੇ ਰਾਜ ਦਿੱਤਾ, ਪਰਮੇਸ਼ਰ ਨੇ ਬਰਕਤ ਦਿੱਤੀ, ਪਰ ਹੁਣ ਕੀ ਕਰਨ ਲੱਗ ਪਿਆ? ਜਾ ਕੇ ਪਰਮੇਸ਼ਰ ਦੀ ਯਹੋਵਾ ਦੀ ਹੈਕਲ ਦੇ ਵਿੱਚ ਉੱਥੇ ਧੂਪ ਦਿਖਾਉਣ ਲੱਗਾ। ਜਿਹੜਾ ਜਾਜਕ ਦਾ ਕੰਮ ਸੀਗਾ ਉਹ ਜਾਜਕ ਦਾ ਕੰਮ ਕਰਨ ਲੱਗਾ। ਮੈਂ ਅੱਜ ਦੱਸਣਾ ਚਾਹੁੰਦਾ ਕਿਉਂਕਿ ਅਸੀਂ ਵੀ ਸੁਣ ਰਹੇ ਹਾਂ ਅਤੇ ਇੱਧਰ ਵੀ ਬਹੁਤ ਸਾਰੇ ਲੋਕ ਸੁਣਨ ਵਾਲੇ ਆ ਇਸ ਵਚਨ ਨੂੰ, ਅਤੇ ਅੱਜ ਲੋਕ ਇਸ ਤਰ੍ਹਾਂ ਦੀ ਗੱਲ ਨੂੰ ਨਹੀਂ ਸਮਝਦੇ। ਅੱਜ ਅਗਰ ਕਿਸੇ ਨੂੰ ਥੋੜ੍ਹੀ ਜਿਹੀ ਲੋ ਲੱਗ ਜਾਂਦੀ, ਥੋੜ੍ਹੀ ਜਿਹੀ ਲੋ ਆ ਜਾਂਦੀ, ਜ਼ਿਆਦਾ ਨਹੀਂ ਮਾੜੀ ਜਿਹੀ ਲੋ ਆ ਜਾਂਦੀ, ਝਟਕਾ ਜਿਹਾ ਲੱਗ ਜਾਂਦਾ ਨਾ, ਅਤੇ ਉਹ ਕਹਿੰਦਾ ਲੈ ਹੁਣ ਤਾਂ ਮੈਨੂੰ ਕਿਸੇ ਦੀ ਵੀ ਜ਼ਰੂਰਤ ਨਹੀਂ ਆ। ਇੱਕ ਭੂਤ ਨਿਕਲ ਗਿਆ ਜਾਂ ਇੱਕ ਸਿਰ ਦਰਦ ਠੀਕ ਹੋ ਗਿਆ, ਉਹ ਕਹਿੰਦਾ ਹੁਣ ਸਾਰੇ ਅਧਿਕਾਰ ਮੇਰੇ ਹੱਥ ਵਿੱਚ ਆ। ਪਰ ਨਹੀਂ, ਯਿਸੂ ਮਸੀਹ ਨੇ ਇੱਦਾਂ ਨਹੀਂ ਕਿਹਾ ਸੀਗਾ। ਯਿਸੂ ਮਸੀਹ ਨੇ ਵਿਸ਼ਵਾਸੀਆਂ ਨੂੰ ਕਿਹਾ ਆ, ਵਿਸ਼ਵਾਸੀਆਂ ਨੂੰ ਅਧਿਕਾਰ ਦਿੱਤੇ ਆ ਭਈ ਜਿਹੜੇ ਨੇਚਾ ਕਰਨਗੇ ਉਹਨਾਂ ਦੇ ਨਾਲ ਇਹ ਚਿੰਨ੍ਹ ਹੋਣਗੇ, ਉਹ ਭੂਤਾਂ ਨੂੰ ਕੱਢਣਗੇ। ਹਾਲੇਲੂਇਆ। ਉਹ ਜਾਜਕ ਦਾ ਕੰਮ ਨਹੀਂ ਕਰਨਗੇ ਬਲਕਿ ਉਹ ਸੇਵਾ ਕਰਨਗੇ, ਕਲੀਸਿਆ ਵਿੱਚ ਰਹਿ ਕੇ ਕਰਨਗੇ, ਚਰਚ ਨੂੰ ਵਧਾਉਣ ਲਈ ਕਰਨਗੇ, ਉਹ ਆਪਣੇ ਨਾਮ ਨੂੰ ਉੱਚਾ ਕਰਨ ਲਈ ਨਹੀਂ ਕਰਨਗੇ। ਹਾਲੇਲੂਇਆ। ਉਹ ਲੋਕਾਂ ਨੂੰ ਸੰਗਤ ਵਿੱਚ ਲੈ ਕੇ ਆਉਣਗੇ, ਉਹ ਪਰਮੇਸ਼ਰ ਦੀ ਮਸੀਹ ਦੀ ਕਲੀਸਿਆ ਲਈ ਕੰਮ ਕਰਨਗੇ। ਇਹ ਨਹੀਂ ਕਿਹਾ ਸੀਗਾ ਉਹ ਜਾ ਕੇ ਇੱਕ ਲੋਕਾਂ ਨੂੰ ਲੈ ਕੇ ਤੇ ਅਲੱਗ ਕਰਨਾ ਸ਼ੁਰੂ ਕਰ ਦੇਣਗੇ। ਇਹ ਪਰਮੇਸ਼ਵਰ ਦਾ ਕੰਮ ਨਹੀਂ ਆ, ਇਹ ਸ਼ੈਤਾਨ ਦਾ ਕੰਮ ਆ। ਇਹ ਜਦੋਂ ਵਿਗੜ ਜਾਂਦੇ ਲੋਕ ਉਦੋਂ ਕੰਮ ਸ਼ੁਰੂ ਹੁੰਦਾ ਅਤੇ ਫਿਰ ਉਹਨਾਂ ਦੇ ਜੀਵਨ 'ਚ ਵੀ ਆਸ਼ੀਸ਼ ਰਹਿੰਦੀ ਨਹੀਂ, ਕਿਉਂਕਿ ਪਰਮੇਸ਼ਵਰ ਨੇ ਸਾਨੂੰ ਜੀਵਨ ਦਿੱਤਾ, ਸਾਨੂੰ ਆਸ਼ੀਸ਼ ਦਿੱਤੀ, ਔਰ ਪ੍ਰਭੂ ਦੇ ਦਾਸਾਂ ਦੇ ਦੁਆਰਾ ਸਾਡੇ ਜੀਵਨ 'ਚ ਕੰਮ ਕੀਤੇ, ਪਰ ਅਸੀਂ ਕੀ ਕੀਤਾ? ਅਸੀਂ ਉਹ ਸਾਡੇ ਵਿਗੜਨਾ ਸ਼ੁਰੂ ਹੋ ਗਏ। ਉਸ ਬਰਕਤ ਨੂੰ ਲੈ ਕੇ ਪਰਮੇਸ਼ਰ ਨੇ ਸਾਨੂੰ ਤਕੜੇ ਕੀਤਾ, ਕਮਜ਼ੋਰ ਸੀਗੇ ਸਾਨੂੰ ਤਕੜੇ ਬਣਾਇਆ, ਪਰ ਸਾਡੇ ਜੀਵਨ 'ਚ ਕੀ ਆ ਗਿਆ? ਹੰਕਾਰ ਆ ਗਿਆ, ਘਮੰਡ ਆ ਗਿਆ, ਅਤੇ ਅਸੀਂ ਵਿਗੜਨਾ ਸ਼ੁਰੂ ਹੋ ਗਏ। ਜਦੋਂ ਕਹਿੰਦੇ ਨਾ ਦੇਖੋ ਆ ਵੱਡੇ ਘਰਾਂ ਦੇ ਜਿਹੜੇ ਜਵਾਕ ਆ ਵਿਗੜ ਗਏ, ਅਸੀਂ ਵੱਡੇ ਘਰ ਦੇ ਆ। ਜਿਹੜੀ ਕਲੀਸਿਆ ਆ ਉਹ ਛੋਟੇ ਘਰ ਦੀ ਨਹੀਂ ਆ। ਹਾਲੇਲੂਇਆ। ਕਲੀਸਿਆ ਜਿਹੜੀ ਆ ਇੱਕ ਬਹੁਤ ਵੱਡੇ ਘਰ ਦੇ ਲੋਕ ਆ। ਹਾਲੇਲੂਇਆ। ਜਿਹੜਾ ਕਿ ਰਾਜਿਆਂ ਦਾ ਰਾਜਾ ਆ ਪਰਮੇਸ਼ਰ, ਉਹਦੇ ਆ। ਅਤੇ ਇਸ ਕਰਕੇ ਅੱਜ ਉਹ ਵੀ ਲੋਕ ਜਿਹੜੇ ਆ ਵਿਗੜ ਗਏ ਆ, ਅਤੇ ਲੋਕ ਆਪਣੀ ਮਨ ਮਰਜ਼ੀ ਨਾਲ ਚੱਲਣਾ ਚਾਹੁੰਦੇ ਆ। ਲੋਕ ਚਾਹੁੰਦੇ ਜਿਸ ਤਰ੍ਹਾਂ ਇੱਕ ਪਾਸਟਰ ਦਾ ਨਾਂ ਲਿਖਿਆ ਹੋਇਆ ਮੇਰਾ ਵੀ ਇੱਦਾਂ ਨਾਂ ਹੋਵੇ, ਪਰ ਉਹ ਕਿੰਨਾ ਸਮਾਂ ਲੱਗਾ ਉਹਨੂੰ ਉਸ ਨਾਂ ਨੂੰ ਲਿਖਾਉਣ ਲਈ। ਹਾਲੇਲੂਇਆ। ਕਿੰਨੀਆਂ ਔਕੜਾਂ ਸਾਡੀਆਂ ਉਹਨੂੰ ਲੰਘਣਾ ਪਿਆ ਨਾਂ ਲਿਖਾਉਣ ਲਈ, ਪਰ ਫਿਰ ਵੀ ਕਿਉਂਕਿ ਬਚਨ 'ਚ ਲਿਖਿਆ ਆ, ਜਦੋਂ ਅਸੀਂ ਇਬਰਾਨੀਆਂ ਦੀ ਪੱਤਰੀ ਵਿੱਚ ਪੜ੍ਹਦੇ ਹਾਂ, ਇਬਰਾਨੀਆਂ ਦੀ ਪੱਤਰੀ ਦੇ ਵਿੱਚ ਲਿਖਿਆ ਆ, ਅਗਰ ਕੋਈ ਪਰਮੇਸ਼ਵਰ ਦੀ ਵੱਲੋਂ ਹਰੂਨ ਦੀ ਤਰ੍ਹਾਂ ਸੱਦਿਆ ਹੋਇਆ ਨਾ ਹੋਵੇ ਤੇ ਆਪਣੇ ਆਪ ਤੋਂ ਇਹ ਇੱਜ਼ਤ ਲੈ ਨਹੀਂ ਸਕਦਾ। ਹਾਲੇਲੂਇਆ।
क्योंकि जिस समय परमेश्वर ने अपनी प्रजा नूं मिस्र विचों बुलाउणा सीगा, कढना सीगा, ते परमेश्वर ने मूसा नूं घल्लिया उत्थे, ते मूसा कहंदा परमेश्वर मैं नहीं बोल सकदा। हालेलूया। ते क्योंकि हरून उत्थे ही सी पहलां, ते परमेश्वर कहंदा कोई नहीं, जे तू नहीं बोल सकदा, तेरा भरा हैगा, ते तू उहदे कोल जा, ते ओह की करूगा, तू बोलेगा, वो तेरी गल अगे दसूगा। ते बाणी दसदी आ परमेश्वर ने हरून नूं बुलाया, खड़े कीता, ते इज्जत दित्ती। हालेलूया। ਉਹਦੇ 'ਚ ਕੁਛ नहीं सी, ਉਹਦੇ 'ਚ नहीं सी ਉਹ कुछ भी गल जिहड़ी मूसा 'ਚ सीगी, पर परमेश्वर ने उन्होंने खड़ा किया उस जगह ते हरून नूं, ते उन्होंने इज्जत दी सी। इस तरह बचन 'च लिखिया इब्रानियां दी पत्री दे विच भी अपने आप तो ये इज्जत कोई भी लै नहीं सकता जब तक परमेश्वर किसी नूं इज्जत ना देवे। तो इस करके इत्थे परमेश्वर ने इस उजिया नूं इज्जत दित्ती, आदर दिता, राज दिता, सारी दुनिया विच इहनूं फैला दिता, सारे देशां दे विच इहदा डर जिहड़ा सीगा वो लोगों के अंदर बैठ गया। पर की होया, ये बिगड़ गया, हंकार आया इहदे मन दे विच और ये बिगड़ गया। और बिगड़न तो बाद लिखिया इहने परमेश्वर तो बेमुख हो गया, परमेश्वर तो बेमुख हो के इहदे अंदरों डर चुकिया गया, सीधा परमेश्वर की हैकल विच चला गया। की करन वास्ते भी हुण मैं हुण जाजक की जरूरत नहीं इत्थे, हुण ये भी मैं काम कर लूँगा। हालेलूया। पर जाजक जिहड़े सीगे वो ऐदां नहीं जांदे, जाजक तैयारी करते सीगे, पहलां परमेश्वर के अगे जाण वास्ते प्रार्थना करते सी, अपने आप नूं पवित्र साफ करते सीगे, वो वस्त्र पहनते सीगे, फिर परमेश्वर की हैकल दे विच वो जाते सीगे। पर इन्हें क्या हुण मेरे को अधिकार आ, मैं राजा आ, मैं सब कुछ कर सकदा। पर इस करके ये जदों बाइबल दसदी आ, ये परमेश्वर के घर दे विच गया और उत्थे की होया, तू हैकल विच जाके धूफ की जगवेदी उत्ते धूफ दिखाउण लगा। तद अजरजा जाजक उहदे मगर गया अते ਉਹਦੇ ਨਾਲ ਯਹੋਵਾ ਦੇ 80 ਜਾਜਕ ਸਨ ਜੋ ਬਲਵੰਤ ਮਨੁੱਖ ਸਨ, ਅਤੇ ਉਹਨਾਂ ਨੇ ਉਜੀਆ ਪਾਤਸ਼ਾਹ ਦਾ ਟਾਕਰਾ ਕੀਤਾ ਅਤੇ ਉਹਨੂੰ ਆਖਣ ਲੱਗੇ, ਹੇ ਉਜੀਆ, ਯਹੋਵਾ ਦੇ ਲਈ ਧੂਪ ਤਕਾਉਣਾ ਤੇਰਾ ਕੰਮ ਨਹੀਂ, ਸਗੋਂ ਜਾਜਕਾਂ ਅਰਥਾਤ ਹरून ਦੇ ਪੁੱਤਰਾਂ ਦਾ ਕੰਮ ਹੈ, ਜਿਹੜੇ ਧੂਪ ਤਕਾਉਣ ਲਈ ਪਵਿੱਤਰ ਕੀਤੇ ਗਏ ਹਨ। ਪਵਿੱਤਰ ਭਵਨ ਤੋਂ ਬਾਹਰ ਜਾ, ਕਿਉਂ ਜੋ ਤੈਂ ਬੇਈਮਾਨੀ ਕੀਤੀ ਹੈ, ਅਤੇ ਯਹੋਵਾ ਪਰਮੇਸ਼ਰ ਵੱਲੋਂ ਇਹ ਤੇਰੀ ਵਡਿਆਈ ਦਾ ਕਾਰਨ ਨਹੀਂ ਹੋਵੇਗਾ। ਕਹਿੰਦੇ ਉਹਦੇ मन ਵਿੱਚ ਕੀ ਸੀਗਾ ਜੀ? ਬੇਈਮਾਨੀ। ਹਾਲੇਲੂਇਆ। ਬੇਈਮਾਨੀ। ਅੱਜ ਆਪਾਂ ਦੇਖਦੇ ਹਾਂ, ਅੱਜ ਵੀ ਕਈ ਵਾਰੀ ਲੋਕਾਂ ਦੇ ਜੀਵਨਾਂ ਦੇ ਅੰਦਰ ਇਹ ਇੱਕ ਸ਼ਬਦ ਜਿਹੜਾ ਬੇਈਮਾਨੀ है ना, भी देखो पास्टां दे कपड़े प्रैस किए होंदे आ, है ना, इन्हों लोग पैसा दिंदे आ, पर दिंदे ही नहीं आ, कई बारी पास्टर भी दिंदे आ, ते रब उन्होंने बरकत दिंदा आ। ते उस मंदिर के अंदर की सीगा? सोना चांदी सारा कुछ सीगा भवन के अंदर। तो ये अंदर की आया, एक बेईमानी आई, तो क्या भी हुण इत्थे जाजकां की जरूरत नहीं, इत्थे मैं ही करूँगा, पर वो परमेश्वर ने ठहराए हुए सीगे, तो वो परमेश्वर अज भी उही आ। हालेलुया। वो नहीं बदलिया, वो परमेश्वर नहीं बदलता। परमेश्वर ने अधिकार दिते आ यीशु मसीह के द्वारा अपने बच्चों नूं, कलीसिया नूं अधिकार दिते आ, ते पर जिहड़ा पासवान का अधिकार आ वो विश्वासी नूं नहीं दिता गया। हालेलुया। क्योंकि बाइबल के अंदर 5 सेवकाइयाँ आ, 5 तरह दी सेवकाइयाँ दित्तियां गईयां आ, और वो जो पढ़ते हैं कि परमेश्वर ने 5 तरह दी सेवकाइयाँ दित्तियां गईयां, पर विश्वासियों वास्ते खास आशीष जिहड़ी रखी हुई आ वो हैगी आ जिहड़ी मरकस दी इंजील 16 अध्याय दी 16-17 वचन च लिखिया कि जिहड़े नेचा करन वाले आ उन्हां दे नाल ये चिन्ह होणगे, वो की करनगे, मेरा नाम लैके भूतां नूं कड्ढणगे, ते नवीं नवीं बोलियां बोलणगे, वो सप्पां नूं चुक लैणगे, जे कोई जहर वाली चीज़ भी पी लैण तो उन्हां दा कुछ नहीं विचलों कुछ नहीं हो सकदा। इहदा मतलब परमेश्वर ने विश्वासियों नूं आशीष दित्ती आ, ते फिर उन्हां नूं कहा आ कि तुसीं मेरे गवाह आ, गवाही दे के तुसीं रूहां नूं बचा के लैके आउणा आ। ये नहीं आ भी तुसीं एक रूह तुहानूं मिल गई, उन्होंने कहना हुण तू बस हुण तू साडे वाली देखना आ। परमेश्वर ने ये कुछ नहीं दिता सानूं,
ਹਾਲੇਲੂਇਆ। ਬਲਕਿ ਪ੍ਰਭੂ ਨੇ ਸਾਨੂੰ ਜੀਵਨ ਦਿੱਤਾ, ਪ੍ਰਭੂ ਨੇ ਸਾਨੂੰ ਤਕੜੇ ਕੀਤਾ ਤਾਂ ਕਿ ਅਸੀਂ ਉਹਦੀ ਗਵਾਹੀ ਦਈਏ, ਤਾਂ ਕਿ ਅਸੀਂ ਹੋਰ ਲੋਕਾਂ ਨੂੰ ਬਚਾਈਏ ਔਰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਲੈ ਕੇ ਆਈਏ, ਤਾਂ ਕਿ ਜਦੋਂ ਅਸੀਂ ਸਵਰਗ ਜਾਣਾ ਆ ਅਸੀਂ ਇਕੱਲੇ ਨਾ ਜਾਈਏ, ਅਸੀਂ ਦੂਜਿਆਂ ਨੂੰ ਨਾਲ ਲੈ ਕੇ ਜਾਈਏ। ਪ੍ਰਭੂ ਦਾ ਇਹ ਯੋਜਨਾ ਸਾਡੇ ਵਾਸਤੇ। ਉਹ ਕਹਿੰਦਾ ਅਗਰ ਕਿਸੇ ਤਰ੍ਹਾਂ ਦਾ ਉਜੀਆ ਸਾਡੇ ਜੀਵਨ ਦੇ ਵਿੱਚ ਆ, ਕਿਸੇ ਤਰ੍ਹਾਂ ਦਾ ਘਮੰਡ ਸਾਡੇ ਜੀਵਨ ਦੇ ਵਿੱਚ ਆ, ਤੇ ਅਸੀਂ ਉਹਨੂੰ ਕੀ ਕਰੀਏ? ਮਾਰੀਏ, ਉਹਨੂੰ ਖਤਮ ਕਰੀਏ। ਇਹ ਨਹੀਂ ਆ ਕਈ ਲੋਕ ਜੇ ਦੁਆ ਕਰਨ ਲੱਗ ਪੈਂਦੇ, ਉਹ ਕਹਿੰਦੇ ਲੈ ਹੁਣ ਤਾਂ ਮੈਨੂੰ ਦੁਆ ਕਰਨੀ ਆ ਹੀ ਗਈ ਆ, ਹੁਣ ਤਾਂ ਮੈਨੂੰ ਕਿਸੇ ਦੀ ਵੀ ਜ਼ਰੂਰਤ ਹੈ ਨਹੀਂ ਆ। ਤੇ ਜੇ ਕੋਈ ਦਾਨ ਦਸਵੰਧ ਦਿੰਦਾ ਹੈ ਲਗਾਤਾਰ, ਤੇ ਉਹਨਾਂ ਦੇ ਜੀਵਨ 'ਚ ਵੀ ਕਈ ਵਾਰੀ ਘਮੰਡ ਆ ਜਾਂਦਾ। ਸ਼ੈਤਾਨ ਜਿਹੜਾ ਉਹ ਅਲੱਗ-ਅਲੱਗ ਤਰੀਕਿਆਂ ਨਾਲ ਪ੍ਰਭੂ ਦੇ ਲੋਕਾਂ ਨੂੰ ਸਿੱਟਣਾ ਚਾਹੁੰਦਾ, ਕਿਉਂਕਿ ਸਾਡੀ ਸੇਵਕਾਈ ਦੇ ਵਿੱਚ ਅੱਜ ਇਸ ਜਗ੍ਹਾ ਦੇ ਵਿੱਚ ਹਜ਼ਾਰਾਂ ਰੁਪਈਆ ਲੋਕ ਦੇਣ ਵਾਲੇ ਆ, ਪਰ ਪ੍ਰਭੂ ਨਹੀਂ ਚਾਹੁੰਦਾ ਤੁਹਾਡੇ ਜੀਵਨ ਦੇ ਵਿੱਚ ਘਮੰਡ ਆਵੇ। ਹਾਲੇਲੂਇਆ। ਭਈ ਤੁਸੀਂ ਜੇ ਹਜ਼ਾਰਾਂ ਦਿੰਦੇ ਆ ਤੇ ਲੱਖਾਂ ਦੇਣ ਵਾਲੇ ਬਣ ਜਾਓ। ਹਾਲੇਲੂਇਆ। ਕਿ ਤੁਸੀਂ ਵੱਧਦੇ ਜਾਓ। ਹਾਲੇਲੂਇਆ। ਇਸ ਕਰਕੇ ਪਰਮੇਸ਼ਵਰ ਸਾਨੂੰ ਵਧਾਉਣਾ ਚਾਹੁੰਦਾ ਆ, ਪਰਮੇਸ਼ਵਰ ਸਾਨੂੰ ਇੱਦਾਂ ਹੀ ਖ਼ਤਮ ਨਹੀਂ ਕਰ ਦੇਣਾ ਚਾਹੁੰਦਾ। ਕਹਿੰਦਾ ਸਾਡੀ ਆਸ਼ੀਸ਼ ਇੱਦਾਂ ਖ਼ਤਮ ਨਾ ਹੋਏ। ਇਸ ਕਰਕੇ ਅਸੀਂ ਇਹ ਨਾ ਅਸੀਂ ਜਿਹੜੀ ਪ੍ਰਭੂ ਨੇ ਸਾਨੂੰ ਜਗ੍ਹਾ ਦਿੱਤੀ ਆ, ਜੋ ਪ੍ਰਭੂ ਨੇ ਸਾਨੂੰ ਜਿੱਥੇ ਰੱਖਿਆ ਆ, ਸਾਨੂੰ ਉੱਥੇ ਰਹਿ ਕੇ ਵਧਣਾ ਆ, ਉਸ ਜਗ੍ਹਾ 'ਤੇ ਰਹਿ ਕੇ ਸਾਨੂੰ ਵਧਣਾ ਆ। ਸਾਨੂੰ ਇਹ ਨਹੀਂ ਆ ਵੀ ਅਸੀਂ ਹੁਣ ਠੇਡਾ ਮਾਰ ਕੇ ਤੇ ਜਾਜਕ ਦੀ ਜਗ੍ਹਾ ਲੈ ਲਈਏ, ਪਰ ਇਹਨੇ ਜਾਜਕ ਦੀ ਜਗ੍ਹਾ ਲਈ, ਉਹ ਭਵਨ ਦੇ ਵਿੱਚ ਚਲਾ ਗਿਆ, ਪਰ ਬਾਣੀ ਦੱਸਦੀ ਉੱਥੇ ਕੀ ਹੋਇਆ। ਹਾਂਜੀ, ਪੜ੍ਹਦੀ ਅੱਗੇ ਵੀ 19 ਐਤ। ਤਦ ਉਜੀਆ ਗੁੱਸੇ ਹੋਇਆ ਅਤੇ ਉਹਦੇ ਹੱਥ ਵਿੱਚ ਧੂਪ ਦਿਖਾਉਣ ਲਈ ਧੂਪਦਾਨ ਸੀ, ਅਤੇ ਜਦੋਂ ਉਹ ਜਾਜਕਾਂ ਤੇ ਹਰਖ ਕਰ ਰਿਹਾ ਸੀ ਤਾਂ ਜਾਜਕਾਂ ਦੇ ਅੱਗੇ ਯਹੋਵਾ ਦੇ ਭਵਨ ਵਿੱਚ ਧੂਪ ਦੀ ਜਗਵੇਦੀ ਦੇ ਕੋਲ ਉਸ ਦੇ ਮੱਥੇ ਤੇ ਕੋੜ ਫੁੱਟ ਨਿਕਲਿਆ। ਹਾਲੇਲੂਇਆ। ਜਿੱਥੋਂ ਆਸ਼ੀਸ਼ ਮਿਲਦੀ ਸੀਗੀ ਉੱਥੇ ਕੀ ਆ, ਉਹਦੇ ਮੱਥੇ ਉੱਤੇ ਕੋੜ ਆ ਗਿਆ। ਤੇ ਕੋੜੀ ਬੰਦਾ ਜਿਹੜਾ ਸੀਗਾ ਪਰਮੇਸ਼ਵਰ ਦੇ ਘਰ ਦੇ ਨਜ਼ਦੀਕ ਵੀ ਨਹੀਂ ਜਾ ਸਕਦਾ ਸੀ। ਉਹਨਾਂ ਨੇ ਉਹਨੂੰ ਫੜ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪ ਹੀ ਭੱਜ ਗਿਆ, ਫਿਰ ਆਪਣੇ ਆਪ ਹੀ ਭੱਜ ਗਿਆ। ਇਹਦਾ ਮਤਲਬ ਜਿੱਥੋਂ ਆਸ਼ੀਸ਼ ਮਿਲਣੀ ਸੀ ਉੱਥੋਂ ਨੇ ਕੀ ਲਿਆ? ਕੋੜ ਲਿਆ। ਇਸ ਕਰਕੇ ਕਈ ਵਾਰ ਅਸੀਂ ਕਈ ਇੱਦਾਂ ਦੀਆਂ ਗੱਲਾਂ ਨੂੰ ਸੋਚਦੇ ਹਾਂ, ਇੱਦਾਂ ਦੇ ਕਰਦੇ ਹਾਂ, ਸ਼ਾਇਦ ਸੇਵਕਾਈ ਜਿਹੜੀ ਆ ਇਹ ਕੋਈ ਕਮਾਈ ਦਾ ਸਾਧਨ ਆ, ਹੈ ਨਾ। ਵੀ ਕਈ ਲੋਕਾਂ ਨੇ ਹੁਣ ਇਸ ਤਰ੍ਹਾਂ ਹੀ ਵਿਚਾਰ ਕਰ ਲਿਆ, ਜਦੋਂ ਆਪਾਂ ਬਾਹਲਾ ਦੇਖਦੇ ਹਾਂ, ਕਈ ਲੋਕ ਇਹੀ ਸਮਝਦੇ ਆ ਵੀ ਸ਼ਾਇਦ ਆਪਾਂ ਸਵੇਰ ਤੋਂ ਨਿਕਲ ਜਾਵਾਂਗੇ ਅਤੇ ਜੇ ਹੁਣ ਲੋਕਾਂ ਦਾਨ ਦਸਵੰਧ ਇਕੱਠਾ ਕਰਾਂਗੇ ਅਤੇ ਸ਼ਾਇਦ ਇਹ ਹੁਣ ਕਮਾਈ ਵਾਲਾ ਸਾਰ ਨਾ 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 ਨਾ, ਇਹਨੂੰ ਹਜ਼ਮ ਕਰਨਾ ਬਹੁਤ ਔਖੀ ਗੱਲ ਆ। ਹਾਲੇਲੂਇਆ। ਕਿਉਂਕਿ ਇਹ ਸਿਰਫ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਚੁਣਿਆ, ਪਰਮੇਸ਼ਵਰ ਨੇ ਖੜੇ ਕੀਤਾ, ਅਤੇ ਉਹ ਜਿੰਨਾ ਕੁ ਉਹਨਾਂ ਨੂੰ ਮਿਲਦਾ ਉਹ ਤੋਂ ਡਬਲ ਖਰਚਾ ਵੀ ਕਰ ਦਿੰਦੇ ਆ। ਹਾਲੇਲੂਇਆ। ਕਿਉਂਕਿ ਉਹ ਬਰਾਬਰ ਹੀ ਰੱਖਦੇ ਉਹਦਾ ਹਿਸਾਬ ਕਿਤਾਬ। ਇਸ ਕਰਕੇ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਜਿੱਥੇ ਖੜੇ ਕੀਤਾ, ਅਗਰ ਕੋਈ ਜ਼ਬਰਦਸਤੀ ਉਹ ਜਗ੍ਹਾ ਲੈਣ ਦੀ ਕੋਸ਼ਿਸ਼ ਕਰੂਗਾ ਤਾਂ ਨਹੀਂ ਹੋ ਸਕਦਾ। ਕਿਉਂਕਿ ਇਹ ਕਿਉਂ ਲੋਕ ਇੱਦਾਂ ਕਰਦੇ ਆ, ਕਿਉਂ ਇੱਦਾਂ ਲੈਂਦੇ ਆ ਅੱਜ ਵੀ? ਕਿਉਂਕਿ ਉਹਨਾਂ ਦੇ ਜੀਵਨ 'ਚ ਕੀ ਆ ਜਾਂਦਾ? ਘਮੰਡ ਜਦੋਂ ਆਉਣਾ ਸ਼ੁਰੂ ਹੋ ਜਾਂਦਾ, ਹੰਕਾਰ ਆ ਜਾਂਦਾ, ਅਤੇ ਦਿਲ ਵਿਗੜਨਾ ਸ਼ੁਰੂ ਹੋ ਜਾਂਦਾ, ਅਤੇ ਪਰਮੇਸ਼ਵਰ ਤੋਂ ਬੇਮੁਖ ਹੋ ਜਾਂਦੇ। ਅਤੇ ਕਿਉਂਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਗਏ ਸੀਗੇ, ਕਿਤੇ ਵਿਆਹ ਗਏ ਸੀਗੇ, ਉੱਥੇ ਵੀ ਇਸ ਤਰ੍ਹਾਂ ਹੀ ਹੋਇਆ, ਅਤੇ ਉਹ ਪਤਾ ਲੱਗ ਜਾਂਦੀ ਉਹ ਗੱਲ ਦਾ ਵੀ ਇਹ ਹੁਣ ਰੱਬ ਤੋਂ ਬੇਮੁਖ ਆ, ਅਤੇ ਉਹਨੂੰ ਫਿਰ ਕਿਸੇ ਦਾ ਡਰ ਨਹੀਂ, ਨਾ ਕਿਸੇ ਬੰਦੇ ਦਾ ਡਰ, ਨਾ ਰੱਬ ਦਾ ਡਰ। ਅਤੇ ਜਦੋਂ ਜੀਵਨ 'ਚ ਡਰ ਹੋਊਗਾ, ਫਿਰ ਸਾਨੂੰ ਬੰਦਿਆਂ ਦਾ ਵੀ ਡਰ ਹੋਊਗਾ ਅਤੇ ਪਰਮੇਸ਼ਵਰ ਦਾ ਵੀ ਡਰ ਹੋਊਗਾ, ਹੈ ਨਾ। ਜਿਹੜਾ ਪਰਮੇਸ਼ਵਰ ਤੋਂ ਨਹੀਂ ਡਰਦਾ, ਉਹਨੇ ਕਹਿਣਾ ਲੈ ਮੈਨੂੰ ਪੁਲਿਸ ਵਾਲੇ ਕੀ ਕਰ ਲੈਣਗੇ, ਹੈ ਨਾ। ਉਹਨੂੰ ਕਹਿਣਾ ਕੋਈ ਗੱਲ ਨਹੀਂ, ਮੈਂ ਨਹੀਂ ਡਰਦਾ। ਪਰ ਜਿਹਦੇ ਅੰਦਰ ਰੱਬ ਦਾ ਡਰ ਆ, ਉਹਨੂੰ ਪਤਾ ਸਾਰੀਆਂ ਚੀਜ਼ਾਂ ਦਾ ਮੈਨੂੰ ਕੀ ਕਰਨਾ ਹੈ, ਕਹਿਣਾ ਮੰਨਣਾ ਹੈ, ਆਗਿਆਕਾਰੀ ਕਰਨੀ ਹੈ। ਇਸ ਕਰਕੇ ਜਦੋਂ ਰੱਬ ਦਾ ਡਰ ਜੀਵਨ 'ਚੋਂ ਖਤਮ ਹੋ ਜਾਂਦਾ, ਘਮੰਡੀ ਰੂਹ ਆ ਜਾਂਦੀ ਆ, ਅਤੇ ਫਿਰ ਉਹ ਦੂਸਰਿਆਂ ਦਾ ਵੀ ਨਾਸ਼ ਅਤੇ ਆਪਣਾ ਵੀ ਨਾਸ਼। ਇਸ ਕਰਕੇ ਅਸੀਂ ਆਪਣੇ ਜੀਵਨ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਸਮਰਪਣ ਕਰੀਏ, ਪ੍ਰਾਰਥਨਾ 'ਚ ਰਹੀਏ ਕਿ ਪ੍ਰਭੂ ਸਾਡੇ ਜੀਵਨ ਦੇ ਵਿੱਚ ਕੋਈ ਵੀ ਕਿਸ ਤਰ੍ਹਾਂ ਦਾ ਘਮੰਡ ਨਾ ਆਵੇ, ਅਸੀਂ ਤੇਰੇ ਤੋਂ ਬੇਮੁਖ ਨਾ ਹੋਈਏ, ਅਸੀਂ ਤੇਰੇ ਬਚਨਾਂ ਦੇ ਅਨੁਸਾਰ ਚੱਲ ਸਕੀਏ, ਜੋ ਤੇਰਾ ਬਚਨ ਕਹਿੰਦਾ ਉਹਨੂੰ ਪੂਰਾ ਕਰ ਸਕੀਏ। ਜਦੋਂ ਅਸੀਂ ਪ੍ਰਭੂ ਦੇ ਬਚਨ ਦੇ ਅਨੁਸਾਰ ਚੱਲਾਂਗੇ, ਜਿੱਥੇ ਪ੍ਰਭੂ ਨੇ ਸਾਨੂੰ ਰੱਖਿਆ ਉੱਥੇ ਅਸੀਂ ਵਫਾਦਾਰ ਰਹੀਏ, ਖੜੇ ਰਹੀਏ। ਅਗਰ ਅਸੀਂ ਪ੍ਰਾਰਥਨਾ ਕਰਦੇ ਹਾਂ, ਵਫਾਦਾਰ ਰਹੀਏ, ਉੱਥੇ ਗਵਾਹੀ ਦਿੰਦੇ ਹਾਂ, ਵਫਾਦਾਰ ਰਹੀਏ, ਉੱਥੇ ਦਾਨ ਦਿੰਦੇ ਹਾਂ ਪ੍ਰਭੂ ਦੀ ਸੇਵਾ 'ਚ, ਉਹਦੇ ਵਿੱਚ ਵਫਾਦਾਰ ਰਹੀਏ। ਔਰ
अगर असी वचन पढ़ते हाँ जां गवाही दूसरे नूं सुणाउने हाँ उहदे विच वफादार रहिए, लेकिन एक जाजक की जगह लैण दी कोशिश ना करिए, क्योंकि उत्थों की आ प्रभु ने सानू नहीं दिता हाले, जो प्रभु ने दिता फिर कोई भी रोक नहीं सकता। हालेलुया। फिर कोई भी सानू बाँह फाड़ के पिछे खिंच नहीं सकता, तो फिर कोई किस तरह की मुसीबत भी नहीं रहूगी। तो जो असी धक्के ना लोग कोशिश करते आ, देखो मैं अगर गवाही देनी चाहुंदा, आप जल्दी समाप्त करांगे हुण, तो गवाही देनी चाहुंदा कि साडे कलीसिया दे विच प्रभु ने मतलब गोले नूं खड़े कीता है इस कलीसिया के अंदर, वो हुण इस टाइम डबई दे विच आ, ते प्रभु उहनूं उत्थे इस्तेमाल कर रहा, वो प्रचार कर रहा, उत्थे लोकां नूं गवाही दे रहा, कुछ रूहां भी बच रही उहदे द्वारा। ते पर फिर भी जदों उहनूं प्रार्थना करन वास्ते उहदे घर दे कई वार फोन लाउंदे इधरों, तो प्रार्थना वो कहंदा ठीक आ पास्टर जी को प्रार्थना करवाओ, मैं तुहाडे लई करदा ही हाँ, प्रार्थना मैं करदा तुहाडे वास्ते, पर पास्टर जी को की करो प्रार्थना करवाओ, क्योंकि उन्होंने पता है कि जो परमेश्वर ने सानू ड्यूटी दी आ, जिथे परमेश्वर ने सानू खड़े किया, असी ये काम वफादारी ना करना, क्योंकि एक एक स्टैप आ परमेश्वर का ਵਧਾਉਣ ਦਾ, एक एक स्टैप आ कि जो वो समा आऊगा आप ही परमेश्वर उत्थे फिर भी लै जाऊगा। इस करके असी जो ये पहले स्टैप ते वफादार रहने आ, फिर दूसरे ते परमेश्वर लै जांदा, जो उत्ते वफादार हैं फिर तीसरे ते लै जांदा। तो जो एक बंदा पहले तो 16वीं पौड़ी ते चढ़ जाता, तो फिर की होना, बाद च लत्त बांह टुटनी डेग के, नाले अपना नुकसान नाले दूसरिਆਂ का नुकसान। इस करके असी परमेश्वर नाल वफादार रहिए जिथे परमेश्वर ने सानू रखा, क्योंकि वचन च लिखा पहला कुरांथियां पहला अध्याय उहदी 26 वचन च लिखा, हे भरावो अपने सद्दे उत्ते ध्यान दिओ। हालेलुया। कि तुहानू किस तरह प्रभु ने सद्या आ, की बना के सद्या। हुण मैनू परमेश्वर ने एक सेवक करके सद्या, तो मैनू पता भी मैं सेवा करनी आ, तो मैं जिथे भी रहूँगा तो मैं उत्थे सेवक बन के रहना आ, मैं सेवा करनी आ। तो जे जिन्हों विश्वासी बन के परमेश्वर ने सद्या पता हुंदा, पर एवें है ना ब्याह जाने आप, क्यों हुण मैं जिथे ब्याह गया सीगा मैं मासड़ सी, तो मैं भी मामा बन बहिंदा फिरां है ना, तो अगले ने बाज मारी है ना मासड़ कित्थे आ, जो मिलनी करदे, तो मैनू नाल साडे इक पास्टर खड़ा सी, वो कहंदा तेरी बारी आउण वाली आ, तो मैं कहा अच्छा, कहंदा हाँ हुण मासड़ नूं बुलाउणगे अगे मिलनी करन वास्ते। तो इहदा मतलब है कि बाइबल दसदी जिहड़ा जिथे तुसीं सद्दे आ, जे सद्दे ते ध्यान दिओ उहदे ते भी मैं कौन आ ते कित्थे आ, असीं उत्थे वफादार रहिए, परमेश्वर जरूर सानूं वधाऊगा, अगले लैवल ते परमेश्वर जरूर लैके जाऊगा जदों उहदे विच वफादार रहांगे। बचन च लिखा जिहड़ा थोड़े च वफादार आ परमेश्वर उहनूं बहुते उत्ते की देगा, इख्तियार देगा, एक दिन वधाएगा। तो प्रभु सानूं इस वचन दे नाल आशीष दे। आइए असीं प्रार्थना करिए। प्रेमी परमेश्वर पिता असीं धन्नवाद करते हैं प्रभु अच्छे समय वास्ते जो साडे जीवन विच दिता है प्रभु, इस अच्छे बचन वास्ते धन्नवाद करते हैं जो तुसीं दिता है प्रभु। तेरे लोकां दे जीवनां च किसी तरह का ऊजिया, किस तरह का कमांड, किस तरह हंकार ना आए प्रभु जी, बल्कि तेरे बच्चे वफादारी नाल तेरे पिछे चलते जान और तेरा बड़ा अनुग्रह प्रभु तेरे बच्चों के जीवनों पर बने रहे। तुसीं दया करो, सब दी कमियां कमजोरियां नूं दूर करो, गलतियां नूं माफ़ करो और अपने पाक हत्थां विच लैके चलाओ। साडी प्रार्थना नूं सुनिया धन्नवाद, मसीह यीशु दा नाम लैके मंगदे आमीन आमीन। हुण साडे पिता परमेश्वर दा प्यार, यीशु मसीह दी